ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਖਾਲਸਾ ਏਡ ਬਾਬੇ ਨਾਨਕ ਦੀ ਇੱਕ ਅਜਿਹੀ ਸੰਸਥਾ ਜਿਸ ਦੇ ਵਿੱਚ ਬਾਬੇ ਨਾਨਕ ਦੇ ਦੂਤ ਦਿਨ ਰਾਤ ਸੇਵਾ ਕਰਦੇ ਰਹਿੰਦੇ ਨੇ। ਫਿਰ ਚਾਹੇ ਦੇਸ਼ਾਂ ਵਿਦੇਸ਼ਾਂ ਵਿੱਚ ਕਿਤੇ ਵੀ ਕੁਦਰਤੀ ਆਪਦਾ ਆਈ ਹੋਵੇ ਜਾਂ ਕਿਤੇ ਕੋਈ ਵੀ ਝੱਖੜ ਝੁੱਲਿਆ ਹੋਵੇ, ਇਹ ਉਹ ਬਾਬੇ ਨਾਨਕ ਦੇ ਦੂਤ ਨੇ ਜੋ ਹਮੇਸ਼ਾ ਤਤਪਰ ਰਹਿੰਦੇ ਨੇ ਲੋਕ ਸੇਵਾ ਵਾਸਤੇ। ਤੇ ਜਿੰਨੇ ਵੀ ਸਿੱਖ ਸੰਗਤ, ਜਿੰਨੇ ਵੀ NRIs ਇਸ ਸੰਸਥਾ ਨਾਲ ਜੁੜੇ ਹੋਏ ਨੇ, ਇਸ ਸੰਸਥਾ ਨੂੰ ਡੋਨੇਸ਼ਨਸ ਦਿੰਦੇ ਨੇ, ਉਹ ਧਨ ਨੇ, ਕਿਉਂਕਿ ਉਹ ਅਸਲ ਸੇਵਾ ਕਰ ਰਹੇ ਨੇ ਲੋਕਾਂ ਦੀ। ਉਹ ਅਸਲ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਨੇ। ਕਿਉਂਕਿ ਗੁਰੂ ਘਰਾਂ ਦੇ ਵਿੱਚ ਆ ਕੇ ਅਗਰ ਅਸੀਂ ਮੱਥੇ ਟੇਕਦੇ ਹਾਂ ਜਾਂ ਡੇਰਿਆਂ ਨੂੰ ਜਾਂ ਬਾਬਿਆਂ ਨੂੰ ਅਗਰ ਮੱਥੇ ਟੇਕਦੇ ਹਾਂ ਜਾਂ ਗੋਲਕਾਂ ਦੇ ਵਿੱਚ ਪੈਸਾ ਪਾਉਂਦੇ ਹਾਂ, ਤਾਂ ਉਹ ਗੋਲਕਾਂ ਗੁਰੂ ਘਰਾਂ ਦੀਆਂ ਕਿਤੇ ਨਾ ਕਿਤੇ ਸਿਆਸਤਦਾਨਾਂ ਤੱਕ ਹੀ ਜਾ ਕੇ ਖੁੱਲ੍ਹਦੀਆਂ ਨੇ। ਪਰ ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜਿਸ ਦੀ ਗੋਲਕ ਵਿੱਚ ਪਾਇਆ ਪੈਸਾ ਗਰੀਬ ਦੇ ਮੂੰਹ ਤੱਕ ਜ਼ਰੂਰ ਪਹੁੰਚਦਾ ਹੈ। ਜਾਂ ਤੁਹਾਨੂੰ ਵਿਖਾਉਂਦੇ ਹਾਂ ਕਿ ਜਲੰਧਰ ਦੇ ਪਿੰਡ ਕਾਕੜ ਕਲਾਂ ਵਿਖੇ ਕਿੱਦਾਂ ਦਿਨ ਰਾਤ ਇਹ ਸੇਵਾ ਵਿੱਚ ਜੁਟੇ ਹੋਏ ਨੇ ਤੇ ਕਿਸਾਨਾਂ ਨੂੰ ਕਿੱਦਾਂ ਪੈਸਟੀਸਾਈਡਸ ਅਵੇਲੇਬਲ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ। ਕਿਉਂਕਿ ਬੀਤੇ ਸਾਲ ਆਏ ਹੜ੍ਹ ਕਰਕੇ ਬਹੁਤ ਸਾਰੇ ਕਿਸਾਨ ਅਜਿਹੇ ਸਨ ਜੋ ਪੂਰੀ ਤਰ੍ਹਾਂ ਤਬਾਹ ਬਰਬਾਦ ਹੋ ਗਏ ਸਨ ਤੇ ਉਦੋਂ ਵੀ ਸੰਦ ਸਮਾਨਾਂ ਤੋਂ ਲੈ ਕੇ ਕਿਸਾਨਾਂ ਦੀ ਬਿਜਾਈ ਤੱਕ ਸਾਰਾ ਮੋਰਚਾ ਖਾਲਸਾ ਏਡ ਨਹੀਂ ਸਾਂਭਿਆ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਦੀ ਟੀਮ ਇਸ ਵਕਤ ਜਲੰਧਰ ਦੇ ਸ਼ਾਹਕੋਟ ਦੇ ਪਿੰਡ ਕਾਕੜ ਕਲਾਂ ਦੇ ਵਿੱਚ ਇੱਥੇ ਖਾਲਸਾ ਏਡ ਵੱਲੋਂ ਸ਼ੁਰੂ ਤੋਂ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੜ੍ਹ ਆਏ ਸੀ ਤਾਂ ਅਸੀਂ ਇੱਕ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਸਾਡੇ ਪੰਜਾਬ ਦਾ ਸਿਸਟਮ ਆ, ਅਸੀਂ ਉਹਨੂੰ ਅਡੋਪਟ ਕਰਕੇ, ਕਿਉਂਕਿ ਜਿਹੜੇ ਕਿਸਾਨ ਵੀਰ ਨੇ ਉਹ ਕੋਆਪਰੇਟਿਵ ਸੁਸਾਇਟੀਜ਼ ਦੇ ਮੈਂਬਰ ਹੁੰਦੇ ਨੇ। ਇਸ ਕੋਆਪਰੇਟਿਵ ਸੁਸਾਇਟੀ ਦਾ ਜੋ ਨਫਾ ਨੁਕਸਾਨ ਹੈ, ਇਹਨਾਂ ਵੀਰਾਂ ਦਾ ਆਪਣਾ ਨਫਾ ਨੁਕਸਾਨ ਹੈ। ਸੋ ਇੱਕ ਸੈਲਫ ਹੈਲਪ ਗਰੁੱਪ ਹੁੰਦਾ ਕਿਸਾਨ ਵੀਰਾਂ ਦਾ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ। ਤਾਂ ਅਸੀਂ ਇਹ ਪੈਟਰਨ ਜਿਹੜਾ ਅਪਣਾਇਆ ਪਿਛਲੀ ਵਾਰ ਵੀ, ਤੇ ਜਦੋਂ ਵੀ ਅਸੀਂ ਕਿਸਾਨ ਵੀਰਾਂ ਦੀ ਪਿਛਲੀ ਵਾਰੀ DAP ਦੇ ਵਿੱਚ ਮੰਗ ਕੀਤੀ, ਉਸ ਤੋਂ ਬਾਅਦ ਇਹਨਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਕਿਸਾਨ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੇ ਖੇਤ ਵਾਹੁਣ ਵਾਸਤੇ ਖੇਤੀਬਾੜੀ ਦੇ ਸੰਦ ਜਿਵੇਂ ਟਰੈਕਟਰ ਜਾਂ ਮਲਚਰ ਵਗੈਰਾ ਸਾਰਾ ਜੋ ਵੀ ਲੋੜਵੰਦ ਚੀਜ਼ਾਂ ਇਹਨਾਂ ਤੋਂ ਇਹਨਾਂ ਦੀ ਰਿਕੁਆਇਰਮੈਂਟ ਪੁੱਛ ਕੇ ਹਰੇਕ ਸੁਸਾਇਟੀ ਦੀ ਕਿਹੜੀ ਫਸਲ ਉਹਨਾਂ ਦੇ ਪਿੰਡਾਂ ਦੇ ਵਿੱਚ ਹੁੰਦੀ ਹੈ, ਉਹਦੇ ਲਈ ਕਿਹੜੇ ਖੇਤੀਬਾੜੀ ਦੇ ਜਿਹੜੇ ਆਧੁਨਿਕ ਤਕਨੀਕ ਵਾਲੇ ਸੰਦ ਖਾਲਸਾ ਏਡ ਵੱਲੋਂ ਦਿੱਤੇ ਗਏ। ਹੁਣ ਜਿਹੜਾ ਸਾਡਾ ਫੇਜ਼ 2 ਸਟਾਰਟ ਹੋਇਆ ਪਿਛਲੇ 2-3 ਦਿਨਾਂ ਦੇ ਵਿੱਚ, ਅਸੀਂ ਸੰਗਤ ਨੂੰ ਅਪਡੇਟ ਕਰ ਰਹੇ ਹਾਂ ਲਗਾਤਾਰ, ਅਤੇ ਉਸ ਦੇ ਤਹਿਤ ਅਸੀਂ ਅੱਜ ਜਿਹੜਾ ਸਾਡਾ ਡਿਲੀਵਰੀ ਆ ਉਹ ਕਾਕੜ ਕਲਾਂ ਦੇ ਵਿੱਚ ਸਾਡੀ ਇਸ ਵਕਤ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਆ, ਕਿਸਾਨ ਵੀਰ ਜਿਹੜੇ ਜਿਨ੍ਹਾਂ ਦੇ ਸੁਸਾਇਟੀਆਂ ਦੇ ਵਿੱਚ ਖਾਤੇ ਸੀ, ਅਸੀਂ ਉਹ ਸਾਰਾ ਸਿਸਟਮ ਅਡੋਪਟ ਕਰਕੇ ਉਹ ਕਿਸਾਨ ਵੀਰਾਂ ਨੂੰ ਅਸੀਂ ਇੱਥੋਂ ਜਿਹੜੀ ਦਵਾਈ ਦੇ ਰਹੇ ਹਾਂ, ਜਿਹੜੀ ਇਨਸੈਕਟੀਸਾਈਡ ਆ, ਜਿਹੜੀ ਕੀਟਨਾਸ਼ਕ ਦਵਾਈ ਆ, ਉਹ ਅਸੀਂ ਇੱਕ ਜਿਹੜਾ ਪੈਟਰਨ ਅਪਣਾਇਆ ਹੋਇਆ ਕਿ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਟੋਕਨ ਦੇ ਕੇ ਇਹਨਾਂ ਨੂੰ ਜਿਹੜਾ ਵੀ ਸਮਾਨ ਤੁਸੀਂ ਦੇਖ ਸਕਦੇ ਹੋ। ਅਸੀਂ ਕਿਉਂਕਿ ਸੋਸ਼ਲ ਜਿਹੜੀ ਡਿਸਟੈਂਸਿੰਗ ਵੀ ਬਹੁਤ ਜ਼ਰੂਰੀ ਹੈ ਇਸ ਵਕਤ, ਜਿਹੜਾ ਕਰੋਨਾ ਦੀ ਮਹਾਮਾਰੀ ਨੇ ਸਾਰੇ ਸੰਸਾਰ ਨੂੰ ਆਪਦੀ ਚਪੇਟ ਵਿੱਚ ਲਿਆ ਹੋਇਆ, ਤਾਂ ਬੜੀਆਂ ਕਈ ਵਾਰੀ ਤੁਹਾਨੂੰ ਕੰਮ ਕਰਦਿਆਂ ਬੜੀਆਂ ਦਿੱਕਤਾਂ ਆਉਂਦੀਆਂ, ਇਹੋ ਜਿਹੀਆਂ ਚੀਜ਼ਾਂ ਵੀ ਦਾ ਵੀ ਸਾਹਮਣਾ ਕਰਨਾ ਪੈਂਦਾ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ। ਸੋ ਖਾਲਸਾ ਏਡ ਹਰ ਵਕਤ ਸੰਗਤ ਦੇ ਸਹਿਯੋਗ ਵਿੱਚ, ਸੰਗਤ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਵਿੱਚ ਲੱਗੀ ਆ। ਤੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਾਡੇ ਵਲੰਟੀਅਰ ਵੀਰ ਇਹਨਾਂ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਸੀ, ਅਸੀਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਰ ਰਹੇ ਸੀਗੇ ਕਿ ਅਸੀਂ ਬੇਸ਼ੱਕ ਇਹਨਾਂ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਆ ਬਹੁਤ ਵੱਡਾ, ਅਸੀਂ ਸਾਰਾ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੇ, ਪਰ ਅਸੀਂ ਇਹਨਾਂ ਦੇ ਨਾਲ ਖੜੇ ਆ। ਚਾਹੇ ਸਾਨੂੰ ਸਾਲ ਲੱਗੇ, 2 ਸਾਲ ਲੱਗੇ, 3 ਸਾਲ, 5 ਸਾਲ, ਅਸੀਂ ਜੋ ਵੀ ਸਾਡੇ ਤੋਂ ਵਾਹ ਲੱਗੂਗੀ, ਅਸੀਂ ਸੰਗਤ ਨੂੰ ਬੇਨਤੀ ਕਰਕੇ ਇਹਨਾਂ ਕਿਸਾਨ ਵੀਰਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜੇ ਕਰਨ ਲਈ ਲਗਾਤਾਰ ਇਹਨਾਂ ਦੀ ਸੇਵਾ ਵਿੱਚ ਲੱਗੇ ਰਵਾਂਗੇ। ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਵੀਰ ਆ ਉਹ ਨਾਲ ਇਹਨਾਂ ਨੂੰ ਸਮਝਾ ਵੀ ਰਹੇ ਕਿਸਾਨ ਵੀਰਾਂ ਨੂੰ ਕਿ ਕਿਵੇਂ ਇਹ ਦਵਾਈ ਦਾ ਪ੍ਰਯੋਗ ਕਰਨਾ ਤੇ ਕੀ ਇਹ ਦਵਾਈ ਜਿਹੜੀ ਆ ਇਹਦਾ ਜਿਹੜੀ ਕਿਸਾਨ ਦੀ ਫਸਲ ਆ ਉਹਦੀ ਪੈਦਾਵਾਰ 'ਚ ਇਹਦਾ ਕੀ ਯੋਗਦਾਨ ਆ। ਸੋ ਅਸੀਂ ਖਾਲਸਾ ਏਡ ਵੱਲੋਂ ਸਾਡਾ ਇਹ ਉਪਰਾਲਾ ਕਿ ਇਹਨਾਂ ਵੀਰਾਂ ਦੀ ਜਿਹੜੀ ਫਸਲ ਆ ਪ੍ਰਮਾਤਮਾ ਕਰੇ ਚੰਗੀ ਹੋਵੇ, ਕਿਉਂਕਿ ਇਹਨਾਂ ਦਾ ਜਿਹੜਾ ਘਾਟਾ ਨੁਕਸਾਨ ਜਿਹੜਾ ਇਹਨਾਂ ਨੂੰ ਪਿਛਲੀ ਵਾਰੀ ਹੜ੍ਹ ਦੇ ਵਿੱਚ ਆਇਆ ਨਾ, ਉਹ ਮੈਨੂੰ ਨਹੀਂ ਲੱਗਦਾ ਕਿ ਅਜੇ 2-4 ਸਾਲਾਂ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਪੂਰਾ ਹੋਣ ਵਾਲਾ ਘਾਟਾ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ, ਜਦੋਂ ਅਸੀਂ ਖੇਤੀਬਾੜੀ ਦੇ ਸੰਦ ਵੀ ਦਿੱਤੇ ਤਾਂ ਜੋ ਵੀ ਇਹਨਾਂ ਨੂੰ
ਸੰਦ ਦਿੱਤੇ। ਸਾਡੀ ਕੋਸ਼ਿਸ਼ ਸੀ ਕਿ ਉਹ ਜਿਹੜੇ ਆਧੁਨਿਕ ਤਕਨੀਕ ਦੇ ਹੋਣ ਤਾਂ ਕਿ ਇਹਨਾਂ ਦੇ ਪ੍ਰਯੋਗ ਦੇ ਵਿੱਚ ਆਉਣ, ਪਲੱਸ ਉਹਦਾ ਕੋਈ ਚੰਗਾ ਫਾਇਦਾ ਇਹਨਾਂ ਨੂੰ ਹੋ ਸਕੇ। ਸੋ ਹੁਣ ਜਿਹੜੀ ਅਸੀਂ ਦਵਾਈ ਵੀ ਦੇ ਰਹੇ ਹਾਂ ਉਹ ਵੀ ਇਹਨਾਂ ਨੂੰ ਬੜੇ ਸਭ ਤੋਂ ਵਧੀਆ ਕੁਆਲਿਟੀ ਦੀ ਜਿਹੜੀ ਦਵਾਈ ਹੈ ਉਹ ਇਨਸੈਕਟੀਸਾਈਡ ਦੇ ਰਹੇ ਹਾਂ ਤਾਂ ਕਿ ਇਹਨਾਂ ਦੀ ਫਸਲ ਦਾ ਜਿਹੜੀ ਪੈਦਾਵਾਰ ਉਹ ਚੰਗੀ ਹੋ ਸਕੇ। ਹਰੇਕ ਕਿਸਾਨ ਵੀਰ ਨੂੰ 2.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸੁਸਾਇਟੀ ਦੇ ਖਾਤੇ ਦੇ ਵਿੱਚ ਉਹਨਾਂ ਦਾ ਜੇ 5 ਏਕੜ ਦਾ ਤਾਂ 5 ਪੈਕਟ, ਜੇ 7 ਏਕੜ ਦਾ 7, ਜੇ 3 ਦਾ ਤਾਂ 3, ਇਸ ਤਰੀਕੇ ਨਾਲ ਅਸੀਂ ਜਿਹੜੀ ਇਹ ਦਵਾਈ ਦੇ ਰਹੇ ਹਾਂ। ਇਸ ਵਕਤ ਅਸੀਂ ਮੈਂ ਫਿਰ ਦੱਸ ਦਿਆਂ ਕਿ ਕਾਕੜ ਕਲਾਂ ਦੇ ਵਿੱਚ ਆ, ਜੋ ਕਿ ਸ਼ਾਹਕੋਟ ਦੀ ਕੋਆਪਰੇਟਿਵ ਸੁਸਾਇਟੀ ਹੈ ਇੱਕ। ਤੋਂ ਅਸੀਂ ਪ੍ਰੋਪਰ ਇਹਨਾਂ ਦੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਕੁਝ ਤਰੀਕੇ ਸਿਰ ਹੋ ਸਕੇ। ਅਸੀਂ ਬਕਾਇਦਾ ਕਿਸਾਨ ਵੀਰਾਂ ਨੂੰ ਬਾਪੂ ਜੀ ਆਪਣਾ ਕਿੰਨੇ ਏਕੜ ਦਾ ਨੁਕਸਾਨ ਹੋਇਆ ਸੀਗਾ ਜੀ? ਅੱਛਾ, ਸਾਰੀ ਫਸਲ ਮਾਰੀ ਗਈ ਸੀ ਕੀ? ਨੀਵੇਂ ਥਾਂ ਸੀ। ਅੱਛਾ, ਹੁਣ ਲਾਇਆ ਝੋਨਾ ਐਰਕੀ? ਠੀਕ, ਚਲੋ ਪ੍ਰਮਾਤਮਾ ਕਰੇ ਵਧੀਆ ਝਾੜ ਆਵੇ, ਹੈ ਨਾ ਜੀ। ਠੀਕ ਹੈ, ਸਮਝ ਲੱਗ ਗਈ ਹੈ ਦਵਾਈ ਕਿਵੇਂ ਪਾਉਣੀ ਦੱਸਤਾ ਇਹਨਾਂ ਨੇ? ਜੇ ਕੋਈ ਤੁਹਾਨੂੰ ਡਾਊਟ ਆ ਪੁੱਛ ਲਓ ਦੁਬਾਰਾ, ਮੁੰਡੇ ਇੱਥੇ ਖੜੇ। ਠੀਕ ਹੈ ਜੀ। ਸੋ ਅਸੀਂ ਪ੍ਰੋਪਰ ਇਹਨਾਂ ਨੂੰ, ਕਿਉਂਕਿ ਸਾਨੂੰ ਜਿਹੜਾ ਆਰਗੇਨਾਈਜੇਸ਼ਨ ਦੇ ਸੰਗਠਨ ਦੇ ਸਾਡੀ ਸੰਸਥਾ ਉਹਦੇ ਵੱਲੋਂ ਵੀ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਇਹਨਾਂ ਦੀ ਰਿਸੀਵਿੰਗ, ਹਰੇਕ ਬੰਦੇ ਨੇ ਜਿਹੜਾ ਸਮਾਨ ਲਿਆ ਉਹਦੇ ਸਿਗਨੇਚਰ ਵਗੈਰਾ, ਉਹਦੀ ਫੋਟੋ ਆਪਦੇ ਰਿਕਾਰਡ ਪਰਪਸ ਲਈ, ਤਾਂ ਕਿ ਸਾਡੇ ਕੋਲੇ ਪ੍ਰੋਪਰ ਜਿਹੜਾ ਰਿਕਾਰਡ ਰਵੇ ਕਿ ਕਿਹੜੇ ਕਿਸਾਨ ਵੀਰ ਕੋਲੇ ਕੀ ਦਵਾਈ, ਜਿਵੇਂ ਇਹਨਾਂ ਕੋਲ ਪਿਛਲੀ ਵਾਰੀ ਜਿਹੜੀ DAP ਗਈ ਹੈ ਸਾਡੇ ਕੋਲੇ ਉਹਦਾ ਵੀ ਪੂਰਾ ਰਿਕਾਰਡ ਹੈ ਕਿ ਕਿਸ ਵੀਰ ਕੋਲੇ ਕਿੰਨੀ DAP ਗਈ ਹੈ। ਵੀਰ ਜੀ ਮਾੜੀ ਸਾਈਡ ਦਿਓ ਪਲੀਜ਼, ਥੋੜਾ ਨਾਲੇ ਗੈਪ ਬਣਾ ਕੇ ਖੜੋ ਜੀ ਵੀਰ ਬਣ ਕੇ ਸਾਰੇ। ਸੋ ਇਸੇ ਤਰ੍ਹਾਂ ਹੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ, ਵਿਖਾਉਣਾ ਚਾਹੁੰਦਾ ਵੀ ਇਹ ਜਿਵੇਂ ਸਾਡੇ ਪਿਛਲੀ ਵਾਰ ਦੇ ਰਜਿਸਟਰ ਸੀ, ਇਹਨਾਂ ਦੇ ਵਿੱਚ ਸਾਡੇ ਕੋਲੇ ਪੂਰਾ ਪ੍ਰੋਪਰ ਰਿਕਾਰਡ ਆ ਕਿ ਜਿਵੇਂ ਪਿਛਲੀ ਵਾਰ DAP ਇਹਨਾਂ ਵੀਰਾਂ ਨੂੰ ਜਿਵੇਂ ਗਈ ਇਸ ਤਰੀਕੇ, ਹੁਣ ਇੱਥੇ ਹੀ ਜਿਹੜੀ ਅਸੀਂ ਦੁਬਾਰਾ ਜਿਹੜੀ ਰਿਸੀਵਿੰਗ ਲੈ ਕੇ ਇਹਨਾਂ ਨੂੰ ਜਿਹੜੀ ਦਵਾਈ ਦੇ ਰਹੇ ਹਾਂ ਉਹਦਾ ਬਕਾਇਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਸੋ ਸੰਗਤ ਇਸ ਤਰ੍ਹਾਂ ਹੀ ਸਹਿਯੋਗ ਕਰਦੀ ਰਹੇ। ਅਸੀਂ ਗੁਰੂ ਨਾਨਕ ਸਾਹਿਬ ਦਾ ਜੋ ਸਰਬੱਤ ਦੇ ਭਲੇ ਦਾ ਮੈਸੇਜ ਹੈ, ਜੋ ਮਨੁੱਖਤਾ ਦਾ ਮੈਸੇਜ ਹੈ, ਉਹ ਘਰ ਘਰ ਪਹੁੰਚਾਉਂਦੇ ਰਹੀਏ। ਅਸੀਂ ਬੜੇ ਧੰਨਵਾਦੀ ਹਾਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ, ਉਹਨਾਂ ਦੀਆਂ ਜਿਹੜੀਆਂ ਮੈਨੇਜਮੈਂਟ ਕਮੇਟੀਆਂ, ਉਹਨਾਂ ਦੇ ਸੈਕਟਰੀ ਸਾਹਿਬ, ਪ੍ਰਧਾਨ ਸਾਹਿਬ, ਇਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਸਾਰਾ ਕੁਝ ਸੰਭਵ ਨਹੀਂ ਸੀਗਾ। ਸਾਨੂੰ ਜਦੋਂ ਵੀ ਬੇਸ਼ੱਕ ਅਸੀਂ ਰਾਤ ਨੂੰ ਕਦੀ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਫੋਨ ਮਾਰੀਏ ਕਿ ਅਸੀਂ ਸਵੇਰੇ ਆਉਣਾ, ਤਾਂ ਵਿਚਾਰੇ ਇਹ ਮਤਲਬ ਸਾਨੂੰ ਕਦੀ ਕਿਸੇ ਤਰੀਕੇ ਨਾ ਨਹੀਂ ਕੀਤੀ। ਇਹ ਮਤਲਬ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦੇ ਰਹੇ ਆ। ਤੁਸੀਂ ਦੇਖ ਸਕਦੇ ਹੋ ਅੱਜ ਵੀ ਐਤਵਾਰ ਦੇ ਦਿਨ ਪ੍ਰਧਾਨ ਜੀ ਵੀ ਬੈਠੇ ਆ ਸੁਸਾਇਟੀ ਦੇ ਵਿੱਚ, ਸੈਕਟਰੀ ਸਾਹਿਬ ਬੈਠੇ ਆ, ਹੋਰ ਵੀ ਸੱਜਣ ਜਿਹੜੇ ਸਾਨੂੰ ਸਹਿਯੋਗ ਕਰਦੇ ਆ। ਅਸੀਂ ਇਹਨਾਂ ਦਾ ਮਤਲਬ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹ ਆਪਣਾ ਕੰਮ ਛੱਡ ਕੇ ਵੀ ਸਾਡੇ ਨਾਲ ਸੰਗਤ ਦੀ ਸੇਵਾ ਦੇ ਵਿੱਚ ਆਉਂਦੇ ਆ। ਸੋ ਜਦੋਂ ਵੀ ਕੋਈ ਚੰਗਾ ਕੰਮ ਕਰੀਏ ਤਾਂ ਚੰਗਾ ਕੰਮ ਕਰਨ ਦੇ ਨਾਲ ਚੰਗੇ ਕੰਮ ਕਰਨ ਵਾਲੇ ਲੋਕ ਬਥੇਰੇ ਜੁੜ ਜਾਂਦੇ ਆ ਜੀ। ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਸਾਰੇ ਲੋਕਾਂ ਦੇ ਜੋ ਸਾਨੂੰ ਸਹਿਯੋਗ ਕਰ ਰਹੇ ਨੇ, ਤੇ ਸੰਗਤ ਦਾ ਵੀ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ, ਉਹਦੇ ਵਾਸਤੇ ਵੀ ਅਸੀਂ ਧੰਨਵਾਦੀ ਹਾਂ। ਸੋ ਪ੍ਰਮਾਤਮਾ ਕਰੇ ਇਹਨਾਂ ਵੀਰਾਂ ਦੀ ਫਸਲ ਨੂੰ ਚੰਗਾ ਝਾੜ ਆਵੇ ਤਾਂ ਕਿ ਇਹ ਆਪਣਾ ਜਿਹੜਾ ਘਾਟਾ ਇਹਨਾਂ ਨੂੰ ਪਿਛਲੀ ਵਾਰ ਪਿਆ ਉਹਦਾ ਹੌਲੀ ਹੌਲੀ ਜਿਹੜੀ ਭਰਪਾਈ ਹੋ ਸਕੇ। ਸਾਡੇ ਵਲੰਟੀਅਰ ਵੀਰ ਲਗਾਤਾਰ ਕਈ ਦਿਨਾਂ ਤੋਂ ਜਿਹੜੀ ਸਾਡੀ 3-4 ਦਿਨਾਂ ਤੋਂ ਹੁਣ ਸ਼ੁਰੂ ਹੋਈ ਹੈ ਇਹ ਫੇਜ਼ 2 ਦੀ ਮੁਹਿੰਮ, ਉਹਦੇ ਵਿੱਚ ਲੱਗੇ ਹੋਏ ਆ। ਬਕਾਇਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਵਾਰ-ਵਾਰ ਹੱਥ ਸੈਨੀਟਾਈਜ਼ ਕਰਨੇ, ਤੇ ਕਿਉਂਕਿ ਜਿਹੜੀ ਕਰੋਨਾ ਦੀ ਮਹਾਮਾਰੀ ਹੈ ਇਹਦਾ ਵੀ ਖਤਰਾ ਬੜਾ ਹੈਗਾ ਸਭ ਨੂੰ। ਸੋ ਅਸੀਂ ਸੰਗਤ ਇਸ ਤਰ੍ਹਾਂ ਹੀ ਸਹਿਯੋਗ ਕਰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਅਗਰ ਦਸਵੰਧ ਕੱਢਦੇ ਹਾਂ ਤਾਂ ਉਹ ਦਸਵੰਧ ਅਜਿਹੀਆਂ ਸੰਸਥਾਵਾਂ ਨੂੰ ਦਈਏ ਜੋ ਸਾਨੂੰ ਜ਼ਮੀਨੀ ਹਕੀਕਤ ਉੱਤੇ ਕੰਮ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ, ਜੋ ਸਾਨੂੰ ਵਾਕਈ ਹੀ ਸਰਬੱਤ ਦੇ ਭਲੇ ਦਾ ਕਾਰਜ ਕਰਦੀਆਂ ਨਜ਼ਰ ਆਉਂਦੀਆਂ ਨੇ, ਜੋ ਸਾਨੂੰ ਵਾਕਈ ਹੀ ਬਾਬੇ ਨਾਨਕ ਦੇ ਫਲਸਫੇ ਤੇ ਤੁਰਦੀਆਂ ਨਜ਼ਰ ਆਉਂਦੀਆਂ ਨੇ। ਕਿਉਂਕਿ
ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਿਸ ਨੂੰ ਵੀ ਯਾਦ ਹੈ ਉਹ ਬਾਬੇ ਦਾ ਅਸਲ ਸਿੱਖ ਹੈ। ਤੇ ਕਿਤੇ ਨਾ ਕਿਤੇ ਭਾਈ ਰਵੀ ਸਿੰਘ ਖਾਲਸਾ ਬਾਬੇ ਨਾਨਕ ਦਾ ਉਹ ਦੂਤ ਹੈ ਜਿਸ ਨੇ ਪੂਰੀ ਦੁਨੀਆ ਵਿੱਚ ਬਾਬੇ ਨਾਨਕ ਦੇ ਫਲਸਫੇ ਦੇ ਝੰਡੇ ਬੁਲੰਦ ਕੀਤੇ ਨੇ, ਸਿੱਖ ਕੌਮ ਦੇ ਝੰਡੇ ਬੁਲੰਦ ਕੀਤੇ ਨੇ। ਤੇ ਸਾਰੀ ਦੁਨੀਆ 'ਚ ਵਸਦੀਆਂ ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਬਾਬੇ ਨਾਨਕ ਦੇ ਇਸ ਦੂਤ ਦਾ, ਖਾਲਸਾ ਏਡ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਜਾਵੇ, ਤਾਂ ਜੋ ਕਦੇ ਵੀ ਇਸ ਸੰਸਥਾ ਨੂੰ ਪੈਸੇ ਦੀ ਕਿਸੇ ਪਾਸਿਓਂ ਘਾਟ ਨਾ ਆਵੇ ਤੇ ਹਮੇਸ਼ਾ ਇਹ ਸੇਵਾਵਾਂ ਇਸੇ ਕਦਰ ਬਾਦਸਤੂਰ ਚੱਲਦੀਆਂ ਰਹਿਣ ਤੇ ਕੋਈ ਵੀ ਪੂਰੀ ਦੁਨੀਆ ਵਿੱਚ ਕਦੇ ਭੁੱਖਾ ਨਾ ਸੋਵੇ, ਬੇਇਲਾਜਾ ਨਾ ਮਰੇ, ਕੋਈ ਕਰਜ਼ੇ ਤੇ ਬੋਝ ਤੋਂ ਤੰਗ ਆ ਕੇ ਆਪਣੇ ਆਪ ਨੂੰ ਫਾਹੇ ਨਾ ਚੜਾਵੇ। ਉਮੀਦ ਕਰਦੇ ਹਾਂ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।